Good morning, students. Let's discuss some questions related to the dissolution of partnership firm. So here the question is given and some adjustments are also there. You have to pass the general entries for the dissolution of the firm. So Achal and Vichal are the partners and their profit sharing ratio is 3:5. Liabilities and assets are given and the adjustment. So we will pass the general entry for the every adjustment. You can just look at the question in your book also. The first entry is for the transfer of assets. So realization account debit to land and building to machinery to debtors. क्योंकि सब तो पहला जो आप रियलाइजेशन अकाउंट बनाना स्टार्ट करते हैं फर्स्ट ऑफ ऑल ਜਿਹੜੇ ਐਸੈਟਸ ਨੇ ਉਹ ਟੂ ਸਾਈਡ ਤੇ ਟ੍ਰਾਂਸਫਰ ਕੀਤੇ ਜਾਂਦੇ ਆ ਸੋ ਦਿਸ ਐਂਟਰੀ ਇਜ਼ ਫॉर द ट्रांसफर ऑफ एसेट्स then the next entry will be for the transfer of liabilities क्योंकि liabilities realization account ਦੇ credit side ਤੇ ਲਿਖੀ ਜਾਂਦੀਆਂ buy side ਤੇ so employees provident account debit creditors account debit to realization account. Next is for the realization of the assets bank account debit to realization क्योंकि ਜਿਹੜੇ भी assets realized ਹੁੰਦੇ ਆ ਉਹ by bank head ਦੇ under ਲਿਖੇ ਜਾਂਦੇ ਆ so land and building realized ਹੋਇਆ ਆ 4,30,000 so ਇਹਦੀ ਐਂਟਰੀ ਹੋਏਗੀ ਬੈਂਕ ਅਕਾਊਂਟ ਡੈਬਿਟ ਟੂ ਰੀਅਲਾਈਜੇਸ਼ਨ ਨੈਕਸਟ is for the debtors realized. Now debtors realized ਹੋਇਆ along with the interest of 1,000 so 2,25,000 the debtor ਸੀਗੇ 1,000 interest ਸੀਗਾ entry again it will be bank account debit to realization. Next is for the unrecorded investment sold. Investment ਜਿਹੜੇ ਨੇ ਉਹ ਵੀ assets ਨੇ unrecorded assets ਨੇ so bank ਦੇ head under ਹੀ ਹੋਣਗੇ so bank account debit to realization account. Next is for the machinery took over by Vichal. Now partner ने machinery took over ਕੀਤੀ ਹੈ but question ਚ clearly mention ਹੈ for cash मतलब कि cash ਚ take over ਕੀਤਾ ਉਹਨੇ ਇਸ ਕਰਕੇ ਇਹ bank head ਦੇ under ਹੀ show ਕੀਤਾ ਜਾਏਗਾ and ਇਹਦੀ general entry ਵੀ bank account debit to realization ਹੀ ਹੋਏਗੀ. Next is for the creditors paid off. Now ਦੇਖੋ creditors ਦੀ ਜਿਹੜੀ adjustment ਸੀਗੀ ਉਹਨਾਂ ਨੇ ਬੋਲਿਆ ਸੀ half creditors ਜਿਹੜੇ ਕਿ half creditors ਨੇ ਸੋ ਜਿਹੜੇ ਕ੍ਰੈਡੀਟਰਸ ਨੇ ਹਾਫ ਕ੍ਰੈਡੀਟਰਸ ਦੀ ਗੱਲ ਹੋ ਰਹੀ ਹੈ ਟੋਟਲ ਕ੍ਰੈਡੀਟਰਸ ਨੇ ਤੁਹਾਡੇ ਕੋਲ 1,79,000 ਜੋ ਤੁਸੀਂ 1,79,000 ਦਾ ਹਾਫ ਕਰੋਗੇ ਯੂ ਹੈਵ ਟੂ ਡਿਵਾਈਡ ਬਾਈ 2 ਇਟ ਵਿਲ ਬੀ ਇਕੁਅਲਸ ਟੂ ਦੀ 8,9,500 ਸੋ ਕੁਐਸਚਨ ਵਿੱਚ ਐਡਜਸਟਮੈਂਟ 'ਚ ਲਿਖਿਆ ਜਿਹੜਾ ਹਾਫ ਕ੍ਰੈਡੀਟਰਸ ਨੇ ਉਹਨਾਂ ਨੂੰ ਪੇਮੈਂਟ ਕੀਤੀ ਗਈ ਹੈ 4,000 ਲੈਸ ਇਟ ਮੀਨਸ ਇਹਦੇ ਵਿੱਚੋਂ ਤੁਸੀਂ ਮਾਈਨਸ 4,000 ਕਰ ਦੋਗੇ ਸੋ 4,000 ਮਾਈਨਸ ਕਰਕੇ ਤੁਹਾਡੇ ਕੋਲ ਅਮਾਊਂਟ ਕਿੰਨੀ ਆਈ 85,500 ਐਂਡ ਨਾਲ ਹੀ ਉਹਨਾਂ ਨੇ ਬੋਲਿਆ ਕਿ ਜਿਹੜੇ ਰਿਮੇਨਿੰਗ ਕ੍ਰੈਡੀਟਰਸ ਹੈ ਇਟ ਮੀਨਸ ਜਿਹੜੇ 50% ਬਚ ਗਏ ਉਹਨਾਂ ਨੂੰ ਫੁੱਲ ਪੇਮੈਂਟ ਹੋਗੀ ਨੈਕਸਟ ਇਜ਼ ਫॉर द EPF ਸੈਟਲਡ EPF ਜਿਹੜੀ ਲਾਇਬਿਲਿਟੀ ਆ ਸੋ ਲਾਇਬਿਲਿਟੀ ਦੀ ਪੇਮੈਂਟ ਟੂ ਬੈਂਕ ਦੇ ਅੰਡਰ ਹੁੰਦੀ ਹੈ ਇਹਦੀ ਜਨਰਲ ਐਂਟਰੀ ਵੀ ਕੀ ਹੋਏਗੀ ਰੀਅਲਾਈਜ਼ੇਸ਼ਨ ਅਕਾਊਂਟ ਡੈਬਿਟ ਟੂ ਬੈਂਕ ਅਕਾਊਂਟ ਆਫਟਰ ਦੈਟ ਦੇਖੋ ਜਿੱਦਾਂ ਰੀਅਲਾਈਜ਼ੇਸ਼ਨ ਅਕਾਊਂਟ ਬਣਾਇਆ ਜਾਂਦਾ ਤੁਸੀਂ ਇੱਕ ਰਫਲੀ ਇੱਕ ਰੀਅਲਾਈਜ਼ੇਸ਼ਨ ਅਕਾਊਂਟ ਬਣਾ ਸਕਦੇ ਹੋ ਬਿਕੋਜ਼ ਕੁਐਸਚਨ ਦੇ ਵਿੱਚ ਜਨਰਲ ਐਂਟਰੀ ਦੀ ਡਿਮਾਂਡ ਹੋਈ ਆ ਇਸ ਕਰਕੇ ਤੁਸੀਂ ਜਨਰਲ ਐਂਟਰੀਜ਼ ਕਰੋਗੇ ਤਾਂ ਉਹਦੀ ਹੀ ਮਾਰਕਿੰਗ ਹੋਣੀ ਆ ਰੀਅਲਾਈਜ਼ੇਸ਼ਨ ਅਕਾਊਂਟ ਦਾ ਕੋਈ ਵੀ ਮਾਰਕ ਨਹੀਂ ਮਿਲਣਾ ਬਟ ਇਟ ਇਜ਼ ਫॉर ਜਸਟ ਓਨ ਇਟ ਇਜ਼ ਜਸਟ ਫॉर ਦੀ ਓਨ ਸੋਲੂਸ਼ਨ ਆਪਣੇ ਆਪ ਲਈ ਤੁਸੀਂ ਰੀਅਲਾਈਜ਼ੇਸ਼ਨ ਅਕਾਊਂਟ ਬਣਾਓਗੇ ਤਾਂ ਕਿ ਜਿਹੜਾ ਰੀਅਲਾਈਜ਼ੇਸ਼ਨ ਦਾ ਪ੍ਰੋਫਿਟ ਜਾਂ ਲਾਸ ਆ ਤੁਹਾਨੂੰ ਪਤਾ ਲੱਗੇ ਸੋ ਜਦੋਂ ਤੁਸੀਂ ਰੀਅਲਾਈਜ਼ੇਸ਼ਨ ਅਕਾਊਂਟ ਬਣਾਓਗੇ ਇਹਦਾ ਪ੍ਰੋਫਿਟ ਆਉਂਦਾ ਆ ਐਂਡ ਦੈਨ ਉਹਦੀ ਐਂਟਰ ਹੋ ਜਾਏਗੀ ਰੀਅਲਾਈਜ਼ੇਸ਼ਨ ਅਕਾਊਂਟ ਡੈਬਿਟ ਟੂ ਅਚਲ ਕੈਪੀਟਲ ਟੂ ਵਿਚਲ ਕੈਪੀਟਲ ਟੋਟਲ ਪ੍ਰੋਫਿਟ 43,000 ਦਾ ਜਿਹੜਾ ਕਿ ਰੇਸ਼ੋ 3:5 ਦੇ ਵਿੱਚ ਡਿਵਾਈਡ ਕੀਤਾ ਗਿਆ ਆ ਹੁਣ ਇਹਦਾ ਇੱਕ ਰੀਅਲਾਈਜ਼ੇਸ਼ਨ ਅਕਾਊਂਟ ਵੀ ਤੁਹਾਨੂੰ ਬਣਾ ਕੇ ਸ਼ੋਅ ਕਰ ਦਿੱਤਾ ਗਿਆ ਤਾਂ ਕਿ ਤੁਹਾਨੂੰ ਸਮਝ ਆ ਜਾਏ ਪ੍ਰੋਪਰਲੀ ਕਿ ਰੀਅਲਾਈਜ਼ੇਸ਼ਨ ਅਕਾਊਂਟ ਕਿੱਦਾਂ ਆ ਜਿੱਦਾਂ ਆਪਾਂ ਟ੍ਰਾਂਸਫਰ ਕੀਤੀ ਐਂਟਰੀ ਬਾਈ ਕ੍ਰੈਡੀਟਰਸ ਬਾਈ EPF ਟੂ ਸਾਈਡ ਦੇ ਸਾਰੇ ਐਸੈਟ ਟ੍ਰਾਂਸਫਰ ਕਰਤੇ ਜਿਹੜੇ ਐਸੈਟ ਰੀਅਲਾਈਜ਼ਡ ਹੋਏ ਆ ਬਾਈ ਬੈਂਕ ਅਕਾਊਂਟ 'ਚ ਜਿਹੜੇ ਲਾਇਬਿਲਿਟੀਜ਼ ਪੇਡ ਹੋਈਆਂ ਟੂ ਬੈਂਕ ਅਕਾਊਂਟ 'ਚ ਬੈਲੈਂਸ ਕਰਕੇ ਪ੍ਰੋਫਿਟ ਆਇਆ 43,000 ਜਿਹੜੀ ਕਿ ਰੇਸ਼ੋ ਵਿੱਚ ਡਿਵਾਈਡ ਕਰਤੀ ਆਫਟਰ ਦੈਟ ਇੱਕ ਜਨਰਲ ਐਂਟਰੀ ਹੋਰ ਰਹਿ ਜਾਂਦੀ ਹੈ ਜਿਹੜੀ ਕਿ ਪਾਰਟਨਰਸ ਕੈਪੀਟਲ ਅਕਾਊਂਟ ਤੋਂ ਰਿਲੇਟਿਡ ਆ ਜਦੋਂ ਆਪਾਂ ਪਾਰਟਨਰਸ ਕੈਪੀਟਲ ਅਕਾਊਂਟ ਡਰਾ ਕਰਦੇ ਹਾਂ ਤੇ ਉਹਦੇ ਵਿੱਚ ਟੂ ਬੈਂਕ ਅਕਾਊਂਟ ਕਰਕੇ ਬੈਲੈਂਸਿੰਗ ਫਿਗਰ ਹੁੰਦੀ ਹੈ ਟੂ ਬੈਂਕ ਜਾਂ ਫਿਰ ਬਾਈ ਸਾਈਡ ਤੇ ਉਸ ਬੈਲੈਂਸਿੰਗ ਫਿਗਰ ਨੂੰ ਉਹ ਵੀ ਤੁਸੀਂ ਇੱਕ ਰਫਲੀ ਡਰਾ ਕਰੋਗੇ ਪਾਰਟਨਰਸ ਕੈਪੀਟਲ ਅਕਾਊਂਟ ਐਂਡ ਉਹਦਾ ਬੈਲੈਂਸ ਤਾਂ ਕਿ ਸਾਨੂੰ ਪਤਾ ਲੱਗੇ ਐਂਡ ਉਹਦੀ ਵੀ ਜਨਰਲ ਐਂਟਰੀ ਪਾਸ ਕਰੋਗੇ ਅਚਲ ਕੈਪੀਟਲ ਵਿਚਲ ਕੈਪੀਟਲ ਟੂ ਬੈਂਕ ਅਕਾਊਂਟ ਕਿਉਂਕਿ ਇਹਦਾ ਡੈਬਿਟ ਬੈਲੈਂਸ ਆਇਆ ਇਸ ਕਰਕੇ ਇਹ ਵਾਲੀ ਐਂਟਰੀ ਪਾਸ ਆਊਟ ਹੋਏਗੀ
ਸੋ ਦਿਸ ਵਾਸ ਦਾ ਕੁਐਸਚਨ ਰਿਲੇਟਡ ਟੂ ਦਾ ਜਨਰਲ ਐਂਟਰੀਜ਼, ਜਿਹੜੇ ਕੁਐਸਚਨ ਦੇ ਵਿੱਚ ਤੁਹਾਨੂੰ ਸਿਰਫ ਜਨਰਲ ਐਂਟਰੀਜ਼ ਉਹਨਾਂ ਨੇ ਡਿਮਾਂਡ ਕੀਤੀਆਂ ਸੀਗੀਆਂ। ਨਾਓ ਨੈਕਸਟ ਕੁਐਸਚਨ ਇਜ਼ ਆਸ਼ੂ ਐਂਡ ਹਰੀਸ਼ ਆਰ ਦਾ ਪਾਰਟਨਰਸ, देयर ਰੇਸ਼ੋ ਇਜ਼ 3:2। ਆਸ਼ੂ ਐਂਡ ਹਰੀਸ਼ ਪਾਰਟਨਰਸ ਦਿੱਤੇ ਹੋਏ ਆ ਐਂਡ ਦੈਨ ਅਗੇਨ ਬੈਲੈਂਸ ਸ਼ੀਟ ਗਿਵਨ ਆ। ਇਸ ਕੁਐਸਚਨ ਵਿੱਚ ਕੀ ਡਿਫਰੈਂਟ ਆ, ਇੱਕ ਬੈਂਕ ਓਵਰਡਰਾਫਟ ਜਿਹਦੇ ਕਰਕੇ ਤੁਹਾਨੂੰ ਇਹਦੀ ਐਡਜਸਟਮੈਂਟ ਸਮਝਾਈ ਜਾਏਗੀ, ਪਲੱਸ ਇਹਦੀ ਜਿਹੜੀ ਐਡਜਸਟਮੈਂਟਸ ਨੇ ਨਾ ਐਡਜਸਟਮੈਂਟਸ ਦੇ ਸਕਦੇ ਹੋ। ਮਸ਼ੀਨਰੀ ਐਂਡ ਫਰਨੀਚਰ ਇਜ਼ ਟੇਕਨ ਓਵਰ ਬਾਏ Harish at value and Ashu agreed to pay creditors and Harish agreed to meet bank overdraft। मतलब कि ਜਿਹੜਾ ਆਸ਼ੂ ਪਾਰਟਨਰ ਆ ਉਹਨੇ ਮਸ਼ੀਨਰੀ ਤੇ ਫਰਨੀਚਰ ਦੋਵੇਂ ਇਕੱਠੇ ਟੇਕ ਓਵਰ ਕੀਤੇ ਆ 80,000 ਦੇ, ਐਂਡ ਆਸ਼ੂ ਨੇ ਐਗਰੀ ਕੀਤਾ ਕਿ ਉਹ ਕ੍ਰੈਡੀਟਰ ਪੇ ਕਰੇਗਾ, ਹਰੀਸ਼ ਨੇ ਐਗਰੀ ਕੀਤਾ ਕਿ ਉਹ ਬੈਂਕ ਓਵਰਡਰਾਫਟ ਪੇ ਕਰੇਗਾ। ਤੇ ਜਿਹੜੇ ਸਟਾਕ ਐਂਡ ਇਨਵੈਸਟਮੈਂਟ ਆ ਉਹ ਦੋਵੇਂ ਪਾਰਟਨਰਸ ਆਪਣੇ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਦੇ ਵਿੱਚ ਟੇਕ ਓਵਰ ਕਰ ਰਹੇ, ਜਿਹੜਾ ਕਿ ਆ ਪੁਆਇੰਟ ਲਿਖਿਆ ਹੋਇਆ ਸਟਾਕ ਐਂਡ ਇਨਵੈਸਟਮੈਂਟ। ਸੋ ਜਿਹਦੇ ਕਰਕੇ ਤੁਹਾਨੂੰ ਕੁਐਸਚਨ ਨੇ ਐਕਸਪਲੇਨ ਕੀਤਾ ਜਾਏਗਾ। ਸੋ ਰੀਅਲਾਈਜ਼ੇਸ਼ਨ ਅਕਾਊਂਟ ਦੇਖ ਸਕਦੇ ਹੋ। ਸਭ ਤੋਂ ਪਹਿਲਾਂ ਸਾਰੇ ਐਸੈਟਸ ਟੂ ਸਾਈਡ ਤੇ ਆਪਾਂ ਟ੍ਰਾਂਸਫਰ ਕਰਤੇ, ਟੂ ਬਿਲਡਿੰਗ, ਟੂ ਮਸ਼ੀਨਰੀ, ਟੂ ਫਰਨੀਚਰ, ਟੂ ਸਟਾਕ, ਟੂ ਇਨਵੈਸਟਮੈਂਟ, ਟੂ ਡੈਟਰਸ। ਬਾਈ ਸਾਈਡ ਤੇ ਬਾਈ ਕ੍ਰੈਡੀਟਰਸ, ਬਾਈ ਬੈਂਕ ਓਵਰਡਰਾਫਟ। ਆਫਟਰ ਦਿਸ ਸਭ ਤੋਂ ਪਹਿਲਾਂ ਕੀ ਦਿੱਤਾ ਗਿਆ ਆ ਕਿ ਆਸ਼ੂ ਨੇ ਬਿਲਡਿੰਗ ਟੇਕ ਓਵਰ ਕੀਤੀ 95,000 ਦੀ, ਸੋ ਆਪਾਂ 95,000 ਨੂੰ ਸ਼ੋ ਕਰਤਾ ਆ। ਨੈਕਸਟ ਇਜ਼ ਮਸ਼ੀਨਰੀ ਐਂਡ ਫਰਨੀਚਰ ਇਜ਼ ਟੇਕਨ ਓਵਰ ਬਾਏ ਹਰੀਸ਼ ਐਟ 80,000। ਹਰੀਸ਼ ਨੇ ਮਸ਼ੀਨਰੀ ਤੇ ਜਿਹੜਾ ਫਰਨੀਚਰ ਆ 80,000 ਟੇਕ ਓਵਰ ਕੀਤਾ ਤੇ ਉਹ ਆਪਾਂ ਸ਼ੋ ਕਰਤਾ। ਆਸ਼ੂ ਨੇ ਐਗਰੀ ਕੀਤਾ ਕਿ ਉਹ ਕ੍ਰੈਡੀਟਰ ਪੇ ਕਰੇਗਾ, ਸੋ ਟੂ ਆਸ਼ੂ ਕਰਕੇ ਆਪਾਂ ਕ੍ਰੈਡੀਟਰਸ ਸ਼ੋ ਕਰਤੇ, ਐਂਡ ਹਰੀਸ਼ ਬੈਂਕ ਓਵਰਡਰਾਫਟ ਦੇਗਾ ਤੇ ਟੂ ਹਰੀਸ਼ ਕਰਕੇ ਬੈਂਕ ਓਵਰਡਰਾਫਟ ਸ਼ੋ ਕਰਤਾ। ਸਟਾਕ ਐਂਡ ਇਨਵੈਸਟਮੈਂਟ ਜਿਹੜੇ ਆ ਬੋਥ ਪਾਰਟਨਰ ਲਿਖਿਆ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਦੇ ਵਿੱਚ। ਹੁਣ ਦੇਖੋ ਸਟਾਕ ਐਂਡ ਇਨਵੈਸਟਮੈਂਟ ਦੋਵਾਂ ਦੀ ਵੈਲਿਊ ਜਦੋਂ ਆਪਾਂ ਐਡ ਕੀਤੀ 80,000 ਆਇਆ, ਐਂਡ ਪਾਰਟਨਰ ਦਾ ਰੇਸ਼ੋ ਹੈਗਾ 3:2। ਸੋ 80,000 ਦਾ 3/5 48,000 ਜਿਹੜਾ ਆਸ਼ੂ ਨੇ ਟੇਕ ਓਵਰ ਕੀਤਾ ਐਂਡ 32,000 ਹਰੀਸ਼ ਨੇ ਟੇਕ ਓਵਰ ਕੀਤਾ। ਆਫਟਰ ਦੈਟ ਐਕਸਪੈਂਸਿਸ ਆਫ ਰੀਅਲਾਈਜੇਸ਼ਨ ਦਿੱਤਾ ਆ 3,000, ਸੋ ਉਹ ਟੂ ਬੈਂਕ ਅਕਾਊਂਟ ਦੇ ਵਿੱਚ ਆ ਜਾਏਗਾ 3,000, ਐਂਡ ਡੈਟਰਸ ਰੀਅਲਾਈਜ਼ ਦਿੱਤੇ ਆ 46,000, ਉਹ ਬਾਏ ਬੈਂਕ ਅਕਾਊਂਟ ਤੇ ਹੈਡ ਅੰਡਰ ਆ ਜਾਣਗੇ 46,000। ਆਫਟਰ ਦੈਟ ਤੁਸੀਂ ਰੀਅਲਾਈਜੇਸ਼ਨ ਅਕਾਊਂਟ ਨੂੰ ਬੈਲੈਂਸ ਕਰੋਗੇ ਐਂਡ ਦਾ ਪ੍ਰੋਫਿਟ ਵਿਲ ਬੀ 6,000, ਜਿਹੜਾ ਕਿ PSR ਦੇ ਵਿੱਚ ਡਿਵਾਈਡ ਕਰਤਾ। ਨੈਕਸਟ ਇਜ਼ ਪਾਰਟਨਰਸ ਕੈਪੀਟਲ ਅਕਾਊਂਟ। ਫਸਟ ਆਫ ਆਲ ਪਾਰਟਨਰਸ ਦਾ ਕੈਪੀਟਲ ਬੈਲੈਂਸ ਬਾਈ ਸਾਈਡ ਤੇ ਟ੍ਰਾਂਸਫਰ ਕੀਤਾ, ਰੀਅਲਾਈਜੇਸ਼ਨ ਦਾ ਪ੍ਰੋਫਿਟ ਟ੍ਰਾਂਸਫਰ ਕੀਤਾ, ਪਾਰਟਨਰ ਨੇ ਜਿਹੜੀ ਲਾਇਬਿਲਿਟੀਜ਼ ਪੇਡ ਆਫ ਕੀਤੀਆਂ ਉਹ ਟ੍ਰਾਂਸਫਰ ਹੋਈਆਂ, ਐਂਡ ਜਿਹੜੇ ਐਸੈਟਸ ਟੇਕ ਓਵਰ ਕੀਤੇ ਉਹ ਟੂ ਸਾਈਡ ਤੇ ਟ੍ਰਾਂਸਫਰ ਕਰਤੇ। ਆਫਟਰ ਦੈਟ ਪਾਰਟਨਰਸ ਕੈਪੀਟਲ ਅਕਾਊਂਟ ਨੂੰ ਬੈਲੈਂਸ ਕੀਤਾ, ਟੂ ਸਾਈਡ ਬੈਲੈਂਸਿੰਗ ਫਿਗਰ ਆਈ ਟੂ ਕੈਸ਼ ਅਕਾਊਂਟ, ਬਾਈ ਸਾਈਡ balancing figure I O by cash account. I hope it is clear to everyone. Next is the cash account. Cash account ਬਣਾਉਂਦੇ ਵੇਲੇ ਸਭ ਤੋਂ ਪਹਿਲਾਂ cash account ਦਾ balance brought down, then ਜਿਹੜੇ realization account ਦੇ ਵਿੱਚ ਤੁਸੀਂ debtors realize ਲਿਖੇ ਸੀ by bank account ਕਰਕੇ ਉਹ ਟੂ ਸਾਈਡ ਤੇ ਟ੍ਰਾਂਸਫਰ ਹੋ ਜਾਣਗੇ, ਜਿਹੜੇ ਟੂ ਬੈਂਕ ਅਕਾਊਂਟ ਦੇ ਵਿੱਚ realization expense ਲਿਖੇ ਸੀ ਉਹ ਬਾਈ ਸਾਈਡ ਤੇ ਟ੍ਰਾਂਸਫਰ ਹੋ ਜਾਣਗੇ, ਐਂਡ ਦੈਨ ਪਾਰਟਨਰ ਕੈਪੀਟਲ ਅਕਾਊਂਟ ਦੇ ਵਿੱਚ ਬੈਲੈਂਸ ਟ੍ਰਾਂਸਫਰ ਕਰਕੇ ਕੈਸ਼ ਅਕਾਊਂਟ ਨੂੰ ਟੋਟਲ ਕਰਤਾ, ਐਂਡ ਟੋਟਲ ਇਜ਼ ਸੇਮ। ਸੋ ਅਗਰ ਟੋਟਲ ਤੁਹਾਡਾ ਸੇਮ ਹੁੰਦਾ ਆ ਉਹਦੇ ਨਾਲ ਇਹ ਕਲੀਅਰ ਹੋ ਜਾਂਦਾ ਆ ਕਿ ਤੁਹਾਡਾ ਕੁਐਸਚਨ ਕਰੈਕਟ ਆ। ਨਾਓ ਤੁਸੀਂ ਕਰਨਾ ਕੀ ਆ, ਇਹ ਦੋਵੇਂ ਕੁਐਸਚਨ ਜਿਹੜੇ ਤੁਹਾਨੂੰ ਕਰਵਾਏ ਗਏ ਆ ਤੁਸੀਂ ਇਹ ਬੁੱਕ ਵਿੱਚ ਆਪਣੇ ਕੁਐਸਚਨ ਓਪਨ ਕਰੋਗੇ ਐਂਡ ਦੁਬਾਰਾ ਤੋਂ ਫਿਰ ਆਪਣੇ ਆਪ ਪ੍ਰੈਕਟਿਸ ਕਰੋਗੇ, ਐਂਡ ਜਿਹੜੀ ਕੋਈ ਪ੍ਰੋਬਲਮ ਆਏਗੀ ਤੁਸੀਂ ਵੀਡੀਓ ਦੇਖ ਕੇ ਕਲੀਅਰ ਆਊਟ ਕਰ ਸਕਦੇ ਹੋ। ਥੈਂਕਸ ਐਂਡ ਹੈਵ ਅ ਨਾਈਸ ਡੇ।